नमस्कार सत श्री अकाल जी। तुसीं देख रहे हो देश तो विदेश। मैं रिकी डोगरा इस मंच के ਉੱਪਰ फिर हाजिर हाँ क्योंकि जी ये मंच ਤੁਹਾਡਾ ਪਰਿਵਾਰਿਕ ਜਿਹੜਾ ਸ਼ੋਅ ਹੈ। ਇਸ ਮੰਚ ਦੇ ਰਾਹੀਂ ਅਸੀਂ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਵੀ ਅਵੇਅਰ ਕਰਦੇ ਹਾਂ ਕਿ ਤੁਸੀਂ ਕਿਹੜੀ ਕੰਟਰੀ ਤੁਹਾਡੇ ਬੱਚੇ ਸੈਟਲ ਹੋ ਸਕਦੇ ਨੇ। ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਬੱਚਾ ਜਿਹੜਾ ਪੜ੍ਹ ਰਿਹਾ ਹੈ ਉਹ ਪੜ੍ਹਾਈ ਉਹਦੇ ਕਿੰਨੀ ਕੰਮ ਆਣੀ ਹੈ ਬਾਹਰ ਜਾ ਕੇ, ਤੇ ਕਿਹੜਾ ਕੋਰਸ ਉਹਨੂੰ ਲੈਣਾ ਚਾਹੀਦਾ, ਕਿਹੜੀ ਯੂਨੀਵਰਸਿਟੀ 'ਚ ਜਾਣਾ ਚਾਹੀਦਾ ਹੈ। पैसे की गल होंदी है, इस करके सोच समझ के सारे डिसीजन तुसी लिया करो। इस शो का मकसद ये है कि तुहानू तुहाडे बच्चों नूं जिहड़ा जे अवेयर करना। एक बार फिर सदा दिता जी असीं पायनियर इमीग्रेशन तो डॉक्टर रवि गर्ग नूं उन्हां दा आपां वैलकम करते हैं। उस तो बाद गलबात का सिलसिला शुरू करांगे। सर स्वागत है जी बहुत बहुत। रिकी जी शो ते सदा देने लई बहुत बहुत धन्नवाद ते सारे दर्शकों नूं मेरी प्यार भरी सत श्री अकाल जी। वैसे तो पायनियर इमीग्रेशन का नाम जिहड़ा जे है वो आप ਜਿਹੜਾ ਜੇ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਐਕਸਪਰਟਾਈਜ਼ ਇਹਨੂੰ ਕਹਿੰਦੇ ਆ, ਕਿਉਂਕਿ 20 ਸਾਲ ਦਾ ਤਜਰਬਾ ਤੁਹਾਡੇ ਕੋਲ ਜਿਹੜਾ ਜੇ ਹੈ ਇਸ ਫੀਲਡ ਨੂੰ ਲੈ ਕੇ ਹੈ। 20 ਸਾਲ ਦਾ ਅਗਰ ਮੈਂ ਗੱਲ ਕਰਾਂ ਤਾਂ ਕਿਸੇ ਦਾ ਅਗਰ ਨਿਆਣਾ ਪਹਿਲੀ ਕਲਾਸ 'ਚ ਵੀ ਜਦੋਂ ਪੜ੍ਹਦਾ ਹੈ ਜਾਂ ਤਾਂ ਫਿਰ ਮੈਂ ਕਹਿੰਦਾ ਕਿ ਜਦੋਂ ਪੈਦਾ ਹੁੰਦਾ ਹੈ, ਜਦੋਂ ਉਹਨੇ ਕੈਨੇਡਾ ਜਾਣਾ ਹੁੰਦਾ ਤਾਂ ਉਹਦੀ ਉਮਰ 18-19 ਸਾਲ ਦੀ ਉਮਰ ਹੁੰਦੀ ਹੈ। ਮਤਲਬ ਜਦੋਂ ਉਹਨੇ ਕੈਨੇਡਾ ਜਾਣ ਦੀ ਤਿਆਰੀ ਕਰਦਾ ਹੈ ਤਾਂ ਇੰਨਾ ਕਿ ਤਾਂ ਤੁਹਾਨੂੰ ਕੰਮ ਕਰਦੇ ਨੂੰ ਟਾਈਮ ਹੋ ਗਿਆ। ਤੁਹਾਨੂੰ ਤਾਂ ਬੱਚੇ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਹੋਣਾ, ਇੰਨਾ ਐਕਸਪੀਰੀਅੰਸ ਹੋ ਗਿਆ ਹੋਣਾ ਕਿ ਇਹ ਵਾਕਿਆ ਹੀ ਬੱਚਾ ਜਿਹੜਾ ਹੈ ਇਹ ਕਹਿਣਾ ਕੀ ਚਾਹੁੰਦਾ ਬੇਸਿਕਲੀ। ਬਿਲਕੁਲ ਬਿਲਕੁਲ। ਕਿਉਂਕਿ ਇੱਕ ਚੀਜ਼ ਹੈਗੀ ਹੈ ਕਿ ਫਿਰੋਜ਼ਪੁਰ ਦੇ ਵਿੱਚ 94 ਤੋਂ ਲੈ ਕੇ 2002 ਤੱਕ ਆਪਣਾ ਹਸਪੀਟਲ ਸੀਗਾ ਫਿਰੋਜ਼ਪੁਰ ਕੈਂਟ 'ਚ। ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਕਲੀਨਿਕ ਵੀ ਸ਼ੁਰੂ ਕੀਤਾ ਔਰ ਨਾਲ ਇਹ 2003 'ਚ ਕੰਪਨੀ ਇਹ ਸ਼ੁਰੂ ਕਰਤੀ ਸੀ। ਸੋ ਮੁੱਖ ਦੀ ਗੱਲ ਉੱਥੇ ਜਿਹੜੇ ਗੋਦੀ ਦੇ ਵਿੱਚ ਬੱਚੇ ਹੁੰਦੇ ਸੀਗੇ ਫਿਰੋਜ਼ਪੁਰ ਦੇ ਵਿੱਚ, ਉਹਨਾਂ ਦੇ ਹੁਣ ਵੀਜ਼ੇ ਬਹੁਤਿਆਂ ਦੇ ਲਵਾਤੇ। ਬਹੁਤ ਸਾਰੇ ਲੋਕ ਆਉਂਦੇ ਮਿਲਣ ਵੀ। ਉਦੋਂ ਤੁਹਾਡਾ ਕਹਿੰਦੇ ਹੋਣੇ ਕਿ ਡਾਕਟਰ ਸਾਹਿਬ ਆਪਾਂ ਫਿਰੋਜ਼ਪੁਰ ਤੋਂ ਦਵਾਈ ਲਿੱਤੀ ਸੀਗੀ, ਸਾਡੇ ਬੱਚੇ ਨੂੰ ਫਰਕ ਪੈ ਗਿਆ ਸੀ, ਹੁਣ ਕੈਨੇਡਾ ਵੀ ਆਪਾਂ ਬੱਚਾ ਜਿਹੜਾ ਤੁਹਾਡੇ ਥਰੂ ਹੀ ਭੇਜਣਾ ਹੈ। ਬਿਲਕੁਲ। ਤੇ ਉਹ ਫਿਰ 20 ਸਾਲ ਦਾ ਬਿਲਕੁਲ ਠੀਕ ਹੈ, ਲੰਬਾ ਤਜਰਬੇ ਦਾ ਮਤਲਬ ਉਹ ਇੰਨੇ ਚਿਰ ਪਹਿਲਾਂ ਜਿਨ੍ਹਾਂ ਦੇ ਪੇਰੈਂਟਸ ਨੂੰ ਭੇਜਿਆ ਸੀਗਾ ਉਹਨਾਂ ਦੇ ਅੱਗੇ ਕਿਸੇ ਰਿਸ਼ਤੇਦਾਰ ਦੇ ਬੱਚਾ ਜਿਹੜਾ ਸੀਗਾ ਉਸ ਟਾਈਮ 'ਤੇ ਉਹ ਹੁਣ ਵੱਡਾ ਹੋ ਕੇ ਉਹਨੂੰ ਭੇਜਣ ਦਾ ਟਾਈਮ ਚੱਲਦਾ ਪਿਆ। ਬਿਲਕੁਲ। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਹੁਣ ਫਿਰੋਜ਼ਪੁਰ ਦੀ ਤੁਸੀਂ ਗੱਲ ਕੀਤੀ ਹੈ ਤਾਂ ਫਿਰੋਜ਼ਪੁਰ ਚੰਡੀਗੜ੍ਹ ਤੋਂ ਖਾਸਾ ਦੂਰ ਪਿਆ ਹੈ ਆਪਾਂ ਕਹਿ ਸਕਦੇ ਹਾਂ, ਲੇਕਿਨ ਕੈਨੇਡਾ ਤਾਂ ਉਸ ਤੋਂ ਵੀ ਹਜ਼ਾਰਾਂ ਕਿਲੋਮੀਟਰ ਦੂਰ ਪਿਆ। ਬਿਲਕੁਲ। ਕਈ ਵਾਰੀ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੇ ਪਿੰਡਾਂ ਵਾਲੇ ਲੋਕੀ ਹੁੰਦੇ ਨੇ ਨਾ ਉਹ ਬਹੁਤਾ ਸੋਚਦੇ ਨਹੀਂ। ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਟੀਵੀ ਦੇ ਅੱਗੇ ਬੈਠ ਕੇ ਕਹਿ ਰਿਹਾ ਹੈ ਜਾਂ ਫਿਰ ਕੋਈ ਵੀਡੀਓ ਦੇਖ ਲਈ ਇੰਸਟਾ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਦੇਖ ਲਈ ਕਿ ਇੱਦਾਂ ਕਰਕੇ ਤੁਸੀਂ ਅਪਲਾਈ ਕਰ ਲਓ, ਉਹ ਬਹੁਤ ਲੋਕੀ ਝਾਂਸੇ ਦੇ ਵਿੱਚ ਆ ਜਾਂਦੇ ਨੇ। ਕਈ ਲੋਕੀ ਜਿਹੜਾ ਜੇ ਨਹੀਂ ਇੰਨੇ ਅਵੇਅਰ ਹੁੰਦੇ, ਮੈਂ ਕਹਿ ਸਕਦਾ ਕਿ ਐਜੂਕੇਟਡ ਤਾਂ ਹੁੰਦੇ ਨੇ ਲੇਕਿਨ ਅਵੇਅਰ ਨਹੀਂ ਹੁੰਦੇ ਔਰ ਕਿਤੇ ਨਾ ਕਿਤੇ ਜਾ ਕੇ ਉਹ ਇਸ ਠੱਗੀ ਦਾ ਸ਼ਿਕਾਰ ਹੁੰਦੇ ਨੇ। ਕਿਉਂਕਿ ਮੈਨੂੰ ਲੱਗਦਾ ਕਿ ਈਜ਼ੀ ਟ੍ਰੈਂਡ ਜਿਹੜਾ ਜੇ ਹੈ, ਕਿਸੇ ਨੂੰ ਵੀ ਅਗਰ ਤੁਸੀਂ ਇਹ ਕਹਿ ਦਿਓ ਕਿ ਮੈਂ ਤੁਹਾਨੂੰ ਕੈਨੇਡਾ ਭੇਜ ਦਾਂਗਾ ਜੀ, ਇੰਨੇ ਪੈਸੇ ਦੇ ਦੇਣਾ ਮੈਨੂੰ, ਜਾਂ ਪੈਸੇ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਦੇ ਦੇਣਾ, ਅਗਲਾ ਕਹਿੰਦਾ ਮੇਰਾ ਤਾਂ ਫਾਇਦਾ ਸਿੱਧਾ ਸਿੱਧਾ, ਜੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਮੇਰਾ ਤਾਂ ਜਾਂਦਾ ਹੀ ਕੱਖ ਨਹੀਂ। ਲੇਕਿਨ ਮੈਂ ਉਹਨਾਂ ਪੇਰੈਂਟਸ ਲਈ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹਾਂਗਾ ਜਿਨ੍ਹਾਂ ਪੇਰੈਂਟਸ ਕੋਲ ਪੈਸੇ ਦੀ ਥੋੜ੍ਹੀ ਘਾਟ ਹੁੰਦੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚਾ ਬਹੁਤ ਅੱਛੇ ਘਰੋਂ ਹੁੰਦਾ ਔਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚਾ ਜਿਹੜਾ ਜਿਹਾ ਗਰੀਬ ਘਰੋਂ ਹੁੰਦਾ, ਲੇਕਿਨ ਨੰਬਰ ਜਿਹੜੇ ਆ ਬੱਚੇ ਦੇ ਜ਼ਰੂਰੀ ਨਹੀਂ ਹੈ ਕਿ ਜਿਹੜਾ ਅੱਛੇ ਘਰ ਦਾ ਬੱਚਾ ਹੋਏਗਾ ਉਹ ਬਹੁਤ ਅੱਛੇ ਨੰਬਰ ਲੈ ਕੇ ਆਏਗਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜਾ ਗਰੀਬ ਘਰ ਦਾ ਬੱਚਾ ਹੁੰਦਾ ਬਹੁਤ ਅੱਛੇ ਨੰਬਰ ਲੈ ਕੇ ਆਉਂਦਾ, ਲੇਕਿਨ ਓਪਰਚੁਨਿਟੀ ਉਹਦੇ ਕੋਲ ਨਹੀਂ ਹੁੰਦੀ, ਉਹਨੇ ਫੰਡਸ ਆਪਾਂ ਕਹਿ ਸਕਦੇ ਹਾਂ ਕਿ ਉਹ ਨਹੀਂ ਇਕੱਠੇ ਕਰ ਪਾਉਂਦੇ। ਪੇਰੈਂਟਸ ਵੀ ਕਈ ਵਾਰੀ ਮਜਬੂਰ ਹੁੰਦੇ ਨੇ, ਕਿਉਂਕਿ ਕਈ ਕੋਸ਼ਿਸ਼ ਤਾਂ ਹੁੰਦੀ ਹੈ ਕਿ ਬੱਚੇ ਨੂੰ ਸੈਟਲ ਕਰੀਏ, ਲੇਕਿਨ ਜਿੱਥੇ ਕਹਿੰਦੇ ਪਰਮਾਤਮਾ ਦਾ ਵਸ ਚੱਲਦਾ ਹੋਏ ਉੱਥੇ ਕੁਝ ਨਹੀਂ ਕਰ ਸਕਦੇ। ਤੇ ਕਈ ਤੁਸੀਂ ਉਹਨਾਂ ਪੇਰੈਂਟਸ ਲਈ ਕੋਈ ਇਹੋ ਜਿਹੀ ਸਲਾਹ ਦੱਸੋ ਕਿ ਜਿਨ੍ਹਾਂ ਬੱਚਿਆਂ ਦੇ ਨੰਬਰ ਅੱਛੇ ਨੇ ਲੇਕਿਨ ਪੈਸਿਆਂ ਦੀ ਘਾਟ ਹੈ, ਕੈਨੇਡਾ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੀ ਰਸਤਾ ਹੈ? ਬਿਲਕੁਲ ਰਿਕੀ ਜੀ, ਉਹ ਤਾਂ ਬੜੇ ਬੜੇ ਅਫਸਰ ਔਰ ਬੜੇ ਅੱਛੇ ਅਹੁਦਿਆਂ 'ਤੇ ਇਸ ਵਕਤ ਪਹੁੰਚੇ ਹੋਏ ਨੇ ਇੰਡੀਆ ਦੇ ਅੱਜ ਵੀ ਔਰ ਪਹਿਲਾਂ ਵੀ ਇਹ ਹਿਸਟਰੀ ਰਹੀ ਹੈਗੀ ਹੈ ਕਿ ਔਰ ਗਰੀਬ ਜਿਹੜੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਸਿੰਸੀਅਰਿਟੀ ਲੈਵਲ ਔਰ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਕੋਸ਼ਿਸ਼ ਐਫਰਟਸ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਬੈਕਗਰਾਊਂਡ ਵੀਕ ਹੈ, ਅਗਰ ਮਿਹਨਤ ਨਾ ਕੀਤੀ ਤਾਂ ਦਿੱਕਤ ਆਏਗੀ। ਦੇ ਕਰਕੇ ਬੜੀ ਉਚਾਈਆਂ ਤੱਕ ਜਾਂਦੇ। ਔਰ ਖਾਸ ਤੌਰ 'ਤੇ ਮੇਰੀ ਪਰਸਨਲ ਮੈਂ ਐਕਸਪੀਰੀਅੰਸ ਹੈਗਾ, ਸੈਮੀਨਾਰਸ ਲਾਉਂਦੇ ਹਾਂ, ਅਲੱਗ-ਅਲੱਗ ਸਿਟੀਜ਼ ਦੇ ਵਿੱਚ ਜਾਂਦੇ ਹਾਂ ਔਰ ਲੋਕ ਮਿਲਦੇ ਨੇ ਅਤੇ ਮੈਂ ਹੈਰਾਨ ਹੁੰਦਾ। ਇੰਟੀਰੀਅਰ ਵਿਲੇਜਿਸ ਦਾ ਮਤਲਬ ਅੰਦਰ ਵਾਲੇ ਬੜੇ ਸ਼ਹਿਰਾਂ ਤੋਂ ਹਟ ਕੇ ਪਿੰਡਾਂ ਦੇ ਵਿੱਚੋਂ, ਜਿੱਥੇ ਸਿਟੀਜ਼ ਦੇ ਵਿੱਚ ਬੱਚੇ ਨਹੀਂ ਵੀ ਪਹੁੰਚਦੇ, ਪਿੰਡਾਂ ਦੇ ਵਿੱਚ ਸਕੂਲਾਂ ਤੋਂ 90 95 98% ਮਾਰਕਸ, 7 ਬੈਂਡ ਔਰ ਬੜੇ ਹਾਈ ਜਿਹੜੇ ਆ ਬੱਚੇ ਇੰਟੈਲੀਜੈਂਟ ਔਰ ਜੀਨੀਅਸ ਬੱਚੇ। ਔਰ ਯੂ ਆਰ ਰਾਈਟ ਕਿ ਜਿਹੜੇ ਪੈਸਿਆਂ ਦੀ ਘਾਟ ਦੇ ਵਿੱਚ ਤਾਂ ਖਾਸ ਤੌਰ 'ਤੇ ਮੇਰਾ ਇਹ ਸੋਚਣਾ ਹੈਗਾ ਕਿ ਮੈਂ ਵੀ ਬੜੇ ਉਤਾਰ ਚੜ੍ਹਾਅ ਦੇਖੇ ਔਰ ਚੰਗਾ ਹੋਇਆ ਕਿ ਉਤਾਰ ਵੀ ਦੇਖੇ ਤੇ ਉਸ ਦੇ ਨਾਲ ਫੀਲਿੰਗਸ ਆਉਂਦੀਆਂ ਨੇ, ਪਤਾ ਹੁੰਦਾ ਉਹਦਾ ਮਤਲਬ ਕੀ ਹੈ। ਬਿਲਕੁਲ। ਪਰੇਸ਼ਾਨੀ ਹੋਵੇ, ਫਾਈਨੈਂਸ਼ੀਅਲ ਪ੍ਰੋਬਲਮ ਆਪਣੇ ਆਪ ਦੇ ਹੰਡਾਇਆ ਹੋਵੇ ਨਾ, ਬਿਲਕੁਲ ਉਹਨੂੰ ਆਪ ਦੀ ਜਦੋਂ ਹੰਡਾਉਂਦਾ ਉਹਨੂੰ ਆਪ ਦਾ ਪਤਾ ਹੁੰਦਾ ਕਿ ਵਾਕਈ ਐਕਚੁਅਲਿਟੀ ਕੀ ਹੈ। ਬਿਲਕੁਲ ਠੀਕ ਗੱਲ ਹੈ। ਔਰ ਉਸ ਦੇ ਨਾਲ ਇਹ ਕਿ ਥੱਲਿਓਂ ਵੀ ਮੈਂ ਉਚਾਈਆਂ ਵੀ ਦੇਖੀਆਂ, ਨੀਚਾਈਆਂ ਵੀ ਦੇਖੀਆਂ। ਉਸ ਦੇ ਨਾਲ ਜਦੋਂ ਮਿਹਨਤ ਕਰਕੇ ਅੱਜ ਬਹੁਤ ਅੱਛੇ ਮੁਕਾਮ 'ਤੇ ਹੈਗੇ, ਜਦੋਂ ਕਿ ਰੱਬ ਨੇ ਸਾਰੀਆਂ
ਖੁਆਇਸ਼ਾਂ ਪੂਰੀਆਂ ਕੀਤੀਆਂ, ਚੰਗੇ ਮੁਕਾਮ ਤੇ ਪਹੁੰਚਾਇਆ, ਬੜੀ ਹਾਈਟ ਆਫ ਜਿਹੜਾ ਅਚੀਵਮੈਂਟ ਦਾ ਮਤਲਬ ਫਾਈਨੈਂਸ਼ੀਅਲੀ ਵੀ ਨਾਮ, ਇੱਜ਼ਤ, ਵੈਲਿਊ, ਲੋਕਾਂ ਦਾ ਪਿਆਰ। ਤੇ ਅੱਜ ਦੇ ਦਿਨ ਰੱਬ ਦੀ ਕਿਰਪਾ ਦੇ ਨਾਲ ਸਭ ਕੁਝ ਹੋਣ ਦੇ ਬਾਅਦ ਇਹ ਖੁਆਇਸ਼ ਵੀ ਇੱਕ ਖਾਸ ਗੱਲ ਹੈਗੀ ਹੈ ਕਿ ਕਿਸ ਤਰ੍ਹਾਂ ਕਿਸੇ ਦਾ ਭਲਾ ਕਰ ਦਈਏ, ਸੇਵਾ ਕਰ ਦਈਏ। ਔਰ ਬੱਚਿਆਂ ਦਾ ਜਿੱਦਾਂ ਖਾਸ ਤੌਰ 'ਤੇ ਪੜ੍ਹਾਈ ਨੂੰ ਲੈ ਕੇ ਜਿੱਥੇ ਗੱਲ ਆਉਂਦੀ ਹੈ, ਅਤੇ ਆਪਾਂ ਸਾਰੇ ਇੰਡੀਅਨਸ ਹੀ ਇਸ ਚੀਜ਼ ਦਾ ਵੈਸੇ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਪੜ੍ਹਾਈ ਦੇ ਵਿੱਚ ਬੱਚਿਆਂ ਦੀ ਹੈਲਪ ਹੋ ਜੇ, ਬੱਚਿਆਂ ਦਾ ਕੈਰੀਅਰ ਬਣ ਜੇ। ਅਤੇ ਇਹ ਖੈਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਿਸਗਾਈਡੈਂਸ ਵੀ ਲੋਕ ਕਰਦੇ ਨੇ, ਉਹਨਾਂ ਵਾਸਤੇ ਵੀ ਮੈਂ ਤਾਂ ਇਹੀ ਗੱਲ ਕਿ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਇਹਨੇ ਗੁਰਬਾਣੀ 'ਚ ਲਿਖਿਆ ਔਰ ਇਹਨੇ ਗੁਰੂਆਂ ਨੇ ਸਿਖਾਇਆ ਸਾਰੀ ਚੀਜ਼ਾਂ ਦਾ ਵੀ ਹੌਲੀ ਹੌਲੀ ਕਰਕੇ ਭਾਵੇਂ ਥੋੜ੍ਹੇ ਬਚਾ ਲਈਏ, ਲੇਕਿਨ ਇੱਕ ਚੰਗੇ ਕੰਮ ਕਰੀਏ ਔਰ ਧਰਮ ਨੂੰ ਮੰਨਦੇ ਹਾਂ। ਅਤੇ ਇੱਕ ਖਿਆਲ ਸੋ ਇਹ ਅਗਰ ਕਿਸੇ ਬੱਚੇ ਨੂੰ ਜਿਹੜੇ ਫਾਈਨੈਂਸ਼ੀਅਲੀ ਵੀਕ ਨੇ ਉਹਨਾਂ ਦੀ ਚੰਗੀ ਗਾਈਡੈਂਸ ਦੇ ਕੇ, ਖਿਆਲ ਕਰਕੇ, ਓਨੈਸਟੀ ਔਰ ਜੈਨੂਅਨਨੈਸ ਤਾਂ ਸਾਡੀ ਸਾਰਿਆਂ ਵਾਸਤੇ, ਭਾਵੇਂ ਕੋਈ ਅਮੀਰ ਹੋਵੇ, ਉਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਤੋਂ ਪੈਸੇ ਵੱਧ ਲੈ ਲਈਏ ਜਾਂ ਗਲਤ ਰਾਹ ਦਿਖਾ ਦਈਏ। ਉਹ ਵੀ ਅਸੀਂ ਰੱਬ ਦੇ ਬੰਦੇ ਬਣ ਕੇ ਹੀ ਕੰਮ ਕਰਨਾ ਹੈ। ਲੇਕਿਨ ਇਹਨਾਂ ਦਾ ਹੋਰ ਵੀ ਸਾਡਾ ਐਕਚੁਅਲੀ ਹਰ ਕਿਸੇ ਵਾਸਤੇ ਧਿਆਨ ਹੁੰਦਾ ਵੀ ਕਿਸੇ ਦੇ ਕਿੱਦਾਂ ਪੈਸੇ ਬਚਣਗੇ, ਕਿਸੇ ਦਾ ਕਿੱਦਾਂ ਫਾਇਦਾ ਹੁੰਦਾ ਹੈ। ਕਿਸੇ ਇਸ ਤਰ੍ਹਾਂ ਦੀ ਥਾਂ 'ਤੇ ਅਪਲਾਈ ਕਰਨਾ ਚਾਹੁੰਦੇ ਹਾਂ ਜਿੱਥੇ ਕਿ PR ਸੌਖੀ ਹੋ ਜੇ, ਫੀਸ ਘੱਟ ਹੋਵੇ, ਸਾਰੀਆਂ ਚੀਜ਼ਾਂ ਪਹਿਲਾਂ ਦੱਸਦੇ ਹਾਂ ਔਰ ਅਗਰ ਆਪਸ਼ਨ ਦੇ ਕੇ ਚੱਲਦੇ ਹਾਂ ਤੁਹਾਡਾ ਇੱਥੇ ਫਾਇਦਾ ਹੁੰਦਾ। ਖੈਰ ਸ਼ਾਰਟ ਦੇ ਵਿੱਚ ਆਨਸਰ ਜਿਹੜਾ ਗੱਲਾਂ ਤੇ ਫਿਰ ਉਹੀ ਬਹੁਤ ਹੋ ਜਾਂਦੀਆਂ, ਟਾਈਮ ਲਿਮਿਟਡ ਹੁੰਦਾ ਕਿ ਜਿਹੜੀ ਬੱਚੇ ਅਫੋਰਡ ਨਹੀਂ ਕਰਦੇ ਉਹਨਾਂ ਵਾਸਤੇ ਥੋੜ੍ਹੇ ਜਿਹੇ ਨਾਂ ਦੱਸੂਗਾ ਮੈਂ, ਨੋਟ ਕਰ ਲੈਣ। ਲੇਕਿਨ ਸਾਡੇ ਆਫਿਸ ਵਿੱਚ ਜਾ ਕੇ ਸਾਫ਼ ਸੁਥਰੇ ਤਰੀਕੇ ਨਾਲ, ਸਿੱਧੇ ਤਰੀਕੇ ਨਾਲ ਗੱਲ ਕਰਨੀ ਕਿ ਘੱਟ ਫੀਸ ਵਾਲੇ ਕਿੱਥੇ ਫਾਇਦੇ ਹੁੰਦੇ ਆ, ਸਾਡੀ ਅਫੋਰਡੇਬਿਲਿਟੀ ਲੋ ਦਾ ਮਤਲਬ ਫਾਈਨੈਂਸ਼ੀਅਲੀ ਵੀਕ ਹੈਗੇ ਆ। ਅਤੇ ਉਸ ਦੇ ਵਿੱਚ ਕੋਈ ਵੀ ਅਸੀਂ ਸਾਡੇ ਸਾਰੇ ਸਟਾਫ ਮੈਂਬਰ ਨੂੰ ਇਸ ਗੱਲ ਦੀ ਹਦਾਇਤ ਹੈਗੀ ਹੈ ਕਿ ਉਹ ਕਿਸੇ ਵੀ ਇਸ ਗੱਲ ਨੂੰ ਲਾਈਟਲੀ ਨਹੀਂ ਲੈਣਗੇ। ਦੇ ਵਿਲ ਟੇਕ ਕੇਅਰ ਆਫ ਯੂ ਔਰ ਪੂਰਾ ਤੁਹਾਡਾ ਖਿਆਲ ਰੱਖਣਗੇ, ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਥੋੜ੍ਹਾ ਜਿਹਾ ਨਾਂ ਲਿਖ ਦੇਣੇ ਹੈ ਕਿ ਲੈਂਪਟਨ ਕਾਲਜ, ਟੋਰੰਟੋ, ਮਿਸੀਸਾਗਾ ਔਰ ਸਾਰਨੀਆ ਦੇ ਵਿੱਚ ਕੈਂਪਸ, ਜਿਸ ਦੇ ਵਿੱਚ ਕਿ ਪੋਸਟ ਗ੍ਰੈਜੂਏਟ ਪ੍ਰੋਗਰਾਮ 3+1 ਦਾ ਮਤਲਬ 4th ਸਮੈਸਟਰ ਕੋਪ ਹੋਏਗਾ, ਜਿਸ ਦੀ ਫੀਸ ਵੀ ਨਹੀਂ ਹੋਏਗੀ। 2 ਸਾਲ ਦਾ ਫੀਸ ਜਿਹੜੀ ਆ ਆਮ ਤੌਰ 'ਤੇ 20 ਲੱਖ, 22-24 ਲੱਖ ਹੁੰਦੀ ਹੈ, ਜਿਹੜੀ ਕਿ ਇੱਥੇ 16-17 ਲੱਖ ਹੋਏਗੀ ਲੈਂਪਟਨ ਕਾਲਜ। CBU ਕੇਪ ਬ੍ਰਿਟਨ ਯੂਨੀਵਰਸਿਟੀ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ 3+1 ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਜਿਹੜੀ ਲਾਸਟ ਸਮੈਸਟਰ ਦੀ ਫੀਸ ਨਹੀਂ ਹੋਏਗੀ, ਆਲਮੋਸਟ ਨੈਗਲੀਜੀਬਲ ਦਾ ਮਤਲਬ 2 ਸਾਲ ਦੀ ਫੀਸ 22-24 ਲੱਖ ਦੇ ਬਜਾਏ 16-17 ਲੱਖ। ਇਸੇ ਤਰ੍ਹਾਂ KPU ਦੇ ਬਹੁਤ ਸਾਰੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੀ ਫੀਸ ਵੀ ਇਸ ਤਰ੍ਹਾਂ ਹੀ 22-24 ਲੱਖ ਦੇ ਬਜਾਏ 15-16 ਲੱਖ। ਔਰ CNC ਕਾਲਜ ਜਿਹੜਾ ਹੈ ਉਸ ਦੇ ਵਿੱਚ ਪੋਸਟ ਸੈਕੰਡਰੀ ਵੀ, ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਵੀ ਫੀਸ ਵੀ ਇਸੇ ਤਰ੍ਹਾਂ 16-17 ਲੱਖ 2 ਸਾਲ ਦੀ। ਔਰ NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਜਿਹੜਾ ਨਿਊ ਬਰੰਜਵਿਕ ਦੇ ਵਿੱਚ ਹੈਗਾ। ਔਰ CNC ਦੇ ਵਿੱਚ ਵੀ PREG ਹੈ, ਨਿਊ ਬਰੰਜਵਿਕ ਕਮਿਊਨਿਟੀ ਕਾਲਜ, ਉਹ ਅਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਆਉਂਦਾ ਹੈ। ਨਿਊ ਬਰੰਜਵਿਕ ਵਨ ਆਫ ਦਾ ਅਟਲਾਂਟਿਕ 4 ਅਟਲਾਂਟਿਕ ਪ੍ਰੋਵਿੰਸਿਸ, ਜਿੱਥੇ ਕਿ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਤੁਹਾਡੀ PR ਸੌਖੀ ਹੋਏਗੀ। ਔਰ ਉੱਥੇ ਫੀਸ ਅਗੇਨ 2 ਸਾਲ ਦੀ ਜਿਹੜੀ ਹੈ, ਈਵਨ ਪੋਸਟ ਸੈਕੰਡਰੀ ਪ੍ਰੋਗਰਾਮ ਦੀ ਫੀਸ 2 ਸਾਲ ਦੀ 22-24 ਲੱਖ ਦੇ ਬਜਾਏ 16-17 ਲੱਖ, 15-16-17 ਲੱਖ। ਸੋ ਇਹ ਕੁਛ ਦੱਸੇ ਸੀ ਮੈਂ, ਹੋਰ ਵੀ ਬੜੇ ਸਾਰੇ ਹੋਣਗੇ ਜਿਹੜੇ ਕਿ ਉਹ ਸਾਰੇ ਸ਼ੋਅ ਦੇ ਇਨ ਵੀਡੀਓ ਤਾਂ ਨਹੀਂ ਦੱਸੇ ਜਾ ਸਕਦੇ, ਲੇਕਿਨ ਤੁਸੀਂ ਫਿਰ ਵੀ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰਨਾ ਹੈਗਾ। ਔਰ ਜਲਦੀ ਹੀ ਜਿਹੜਾ ਜਿਹਾ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੋਰ ਖੁੱਲ ਰਹੇ ਨੇ, ਉਹ ਵੀ ਤੁਹਾਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੱਸਾਂਗੇ। ਕਾਲਰ ਸਾਡੇ ਨਾਲ ਜੁੜੇ ਹੋਏ ਆ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? हेलो। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? हाय सर, आई एम मुस्कान फ्रॉम दिल्ली। जी मुस्कान, पूछो जी, की पूछना चाहते हो? I did BCom with 80% marks, यस, but I am not financially sound, so request you to suggest me some colleges with low fees. ਤੁਸੀਂ ਐਕਚੁਅਲੀ ਮੈਂ ਕਾਲ ਵੀ ਇਹਨਾਂ ਦੀ ਕਾਫੀ ਦੇਰ ਤੋਂ ਹੋਲਡ ਪਾਈ ਹੋਈ ਸੀ। ਇਹਨਾਂ ਨੇ ਆਨਸਰ ਜਿਹੜਾ ਡਾਕਟਰ ਰਵੀ ਕਰਨਾ ਤੁਹਾਨੂੰ ਦੇ ਦਿੱਤਾ ਹੋਣਾ ਹੈ, ਕਿਉਂਕਿ ਬਹੁਤ ਸਾਰੇ ਕਾਲਜ ਦੇ ਨਾਮ ਤਾਂ ਅਸੀਂ ਇੱਥੇ ਦੱਸ ਦਿੱਤੇ ਨੇ, ਲੇਕਿਨ ਮੈਂ ਬਾਰ-ਬਾਰ ਉਹੀ ਕਹਿ ਰਿਹਾ। ਬਿਲਕੁਲ, ਮੈਂ ਦੁਬਾਰਾ ਦੱਸ ਦਿੰਦਾ ਰਿੱਕੀ ਜੀ ਕਿ ਲੈਂਪਟਨ ਕਾਲਜ ਹੈਗਾ ਔਰ ਬਸ ਨਾਂ ਦੱਸ ਦਾਂਗਾ, ਕੈਂਪਸ ਔਰ ਉਹਦੀਆਂ ਫੀਸਾਂ, ਉਹਦੇ ਪ੍ਰੋਗਰਾਮ ਦੀ ਲਿਸਟ ਔਰ ਡਿਟੇਲ 'ਚ BCom ਮੇਰੇ ਖਿਆਲ ਇਹਨਾਂ ਨੇ ਦੱਸਿਆ। ਉਸ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦੀ ਬਹੁਤ ਵਧੀਆ ਇਹਨਾਂ ਵਾਸਤੇ ਪ੍ਰੋਗਰਾਮਸ ਹੈਗੇ ਨੇ, ਇਹਨਾਂ ਦੀ ਸਾਰੀ ਆਪਸ਼ਨਸ ਨੇ। ਲੈਂਪਟਨ ਕਾਲਜ, CBU ਕੇਪ ਬ੍ਰਿਟਨ ਯੂਨੀਵਰਸਿਟੀ ਜਿਹੜਾ ਸਿਡਨੀ ਸ਼ਹਿਰ ਨੋਵਾ ਸਕੋਸ਼ੀਆ ਦੇ ਵਿੱਚ, ਔਰ ਜਿਹੜਾ ਕੁਇਨਸਲੈਂਡ ਪੋਲੀਟੈਕਨਿਕ ਯੂਨੀਵਰਸਿਟੀ KPU ਦੇ ਵਿੱਚ। ਸੋ ਇਹ ਜਿਹੜਾ ਹੈ CNC ਦੇ ਵਿੱਚ ਵੀ ਕੁਝ ਪ੍ਰੋਗਰਾਮਸ ਹੈਗੇ ਨੇ ਤੁਹਾਡੇ ਵਾਸਤੇ, ਪੋਸਟ ਗ੍ਰੈਜੂਏਟ ਪ੍ਰੋਗਰਾਮਸ। ਸੋ ਇਹ ਤੁਸੀਂ ਇਹ ਮੇਨ ਨਾਂ ਨੇ। ਔਰ ਤੁਸੀਂ ਆਫਿਸ ਦੇ ਵਿੱਚ ਫੋਨ 'ਤੇ ਗੱਲ ਕਰਕੇ 70613 70613 ਤੇ ਕਾਲ ਕਰਕੇ ਜਿਹੜਾ ਤੇਰਾ ਨੇੜੇ ਦਾ ਆਫਿਸ ਹੈਗਾ ਉੱਥੇ ਵਿਜ਼ਿਟ ਕਰ ਲਓ, ਫੋਨ 'ਤੇ ਗੱਲ ਕਰ ਲਓ ਔਰ ਪ੍ਰੋਗਰਾਮਸ ਦੀ ਲਿਸਟ ਲੈ ਲਓ, ਚੁਣ ਲਓ
ਜਿਹੜਾ ਤੁਹਾਡਾ ਪਸੰਦ ਵਾਲਾ ਜਿਹੜਾ ਤੁਹਾਡਾ ਤੁਹਾਡੀ ਪ੍ਰੈਫਰੈਂਸ ਵਾਲਾ ਕਾਲਜ ਰੈਲੇਵੈਂਟ ਵੀ ਹੋਣਾ ਚਾਹੀਦਾ ਬਿਲਕੁਲ ਜਗ੍ਹਾ ਐਕਚੁਅਲੀ ਬੀਕਾਮ ਦੇ ਵਾਸਤੇ ਤਾਂ HR ਮੈਨੇਜਮੈਂਟ ਹੈ, ਸਪਲਾਈ ਚੇਨ ਮੈਨੇਜਮੈਂਟ ਹੈ, ਇੰਟਰਨੈਸ਼ਨਲ ਮੈਨੇਜਮੈਂਟ ਹੈ, ਇਹ ਇਹਨਾਂ ਦੀ ਇਹੋ ਜਿਹੀ ਜਨਰਲ ਪੜ੍ਹਾਈ ਹੈ ਜਿਹੜੀ ਕਿ ਸਾਰੇ ਆਲਮੋਸਟ ਪ੍ਰੋਗਰਾਮ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹਨਾਂ ਦੇ ਵਾਸਤੇ ਇਹ ਜਿਹੜੇ ਰੈਲੇਵੈਂਟ ਹੋ ਜਾਣਗੇ, ਕੋਈ ਐਸੀ ਦਿੱਕਤ ਨਹੀਂ ਲੱਗਦੀ। ਲੇਕਿਨ ਸਾਡੇ ਜਿਹੜੇ ਕਾਉਂਸਲਰਸ ਮੈਨੇਜਰਸ ਮੇਰੀ ਡਾਇਰੈਕਟ ਜਿਹੜੀ ਹੈ ਸੁਪਰਵਿਜ਼ਨ ਦੇ ਨਾਲ ਔਰ ਟ੍ਰੇਨਿੰਗ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਸਾਰਾ ਪਤਾ ਹੁੰਦਾ ਔਰ ਰੋਜ਼ ਦੀ ਕਿਹੜੇ ਸਟੂਡੈਂਟ ਦੇ ਕਿਹੜਾ ਪ੍ਰੋਗਰਾਮ ਦਿੱਤਾ ਸੀ, ਕਿਹੜਾ ਵੀਜ਼ਾ ਆਇਆ, ਉਹ ਸਾਰੀ ਡਿਟੇਲਸ ਉਹਨਾਂ ਕੋਲ ਹੁੰਦੀਆਂ ਨੇ, ਜਿਸ ਦੇ ਨਾਲ ਡੇਲੀ ਬੇਸਿਸ 'ਤੇ ਉਹਨਾਂ ਦੀ ਟ੍ਰੇਨਿੰਗ ਚੱਲਦੀ ਹੈ ਔਰ ਉਹਨਾਂ ਨੂੰ ਸਾਰਾ ਪਤਾ ਹੁੰਦਾ ਔਰ ਉਹ ਸਾਰੇ ਸਟੂਡੈਂਟਸ ਕਿਹੜੇ ਕਾਲਜ ਸਟੂਡੈਂਟ ਨੂੰ ਕਿਹੜਾ ਪੜ੍ਹਾਈ ਕੀਤੀ ਸੀ, ਇੱਕ ਛੋਟੀ ਜਿਹੀ ਪ੍ਰੋਫਾਈਲ ਹੁੰਦੇ ਵੀ ਇੱਕ ਸਟੂਡੈਂਟ ਦਾ ਨਾਮ, ਡੇਟ ਆਫ ਬਰਥ, ਉਹਦੀ ਪੜ੍ਹਾਈ ਕੀ ਕੀਤੀ ਸੀਗੀ, ਉਸ ਨੂੰ ਦਿੱਤਾ ਕਿਹੜਾ ਗਿਆ ਸੀ, ਆਫਰਡ ਪ੍ਰੋਗਰਾਮ ਜਿਹੜਾ ਕਿਹੜੇ ਕਾਲਜ 'ਚ ਕਿਹੜੇ ਕੋਰਸ ਵਾਸਤੇ ਐਡਮਿਸ਼ਨ ਹੋਈ ਸੀਗੀ, ਫਿਰ ਉਸ ਦਾ ਵੀਜ਼ਾ ਲੱਗਿਆ ਹੈਗਾ, ਇਹ ਸਾਰੀ ਡਿਟੇਲ ਈਵਨ ਮੇਰੇ ਕੋਲ ਆਉਂਦੀ ਹੈਗੀ ਆ, ਜਿਹੜੀ ਕਿ ਮੈਂ ਆਉਂਦੇ ਜਾਂਦੇ ਗੱਡੀ ਦੇ ਵਿੱਚ ਜਾਂ ਜਦੋਂ ਵੀ ਕਿਤੇ ਟਾਈਮ ਮਿਲਦਾ ਉਹ ਸਾਰੀ ਡਿਟੇਲ ਚੈੱਕ ਕਰਦਾ ਹੈਗਾ ਤਾਂ ਕਿ ਮੇਰੀ ਵੀ ਨੌਲੇਜ ਅਪਡੇਟ ਹੁੰਦੀ ਰਹਿੰਦੀ ਹੈਗੀ ਹੈ। ਸੋ ਉਹ ਸਾਰਾ ਪ੍ਰੋਪਰਲੀ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ, ਕੋਈ ਦਿੱਕਤ ਨਹੀਂ। ਬਿਲਕੁਲ। ਹੁਣ ਸਰ ਇੱਕ ਬਹੁਤ ਸਾਰੀ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਔਰ ਮੈਂ ਦੇਖਦਾ ਹੁੰਦਾ ਕਈ ਵਾਰੀ ਕਿ ਬੱਚੇ ਜਿਹੜੇ ਹੈਗੇ ਨੇ ਉਹ ਕਨਫਿਊਜ਼ ਹੁੰਦੇ ਨੇ ਬੇਸਿਕਲੀ, ਔਰ ਉਹਨਾਂ ਨੂੰ ਇੱਕ ਗੱਲ ਦਾ ਲੱਗਦਾ ਕਿ ਸ਼ਾਇਦ ਆਈਲੈਟਸ ਕਰਾਂਗੇ ਤਾਂ ਔਖੀ ਹੋਏਗੀ, PT ਕਰਾਂਗੇ ਤਾਂ ਸੌਖੇ ਰਵਾਂਗੇ। ਔਰ PT ਜਦੋਂ ਬੱਚੇ ਕਰਦੇ ਨੇ ਤਾਂ ਉਹਨਾਂ ਦਾ ਇਹ ਹੁੰਦਾ ਕਿ ਚਲੋ ਠੀਕ ਹੈ, ਅਗਰ 60 ਨੰਬਰ ਆ ਗਏ ਹੈ, ਜਿਵੇਂ ਆਈਲੈਟਸ ਦੇ 6 ਬੈਂਡ ਹੁੰਦੇ ਆ, ਮੰਨ ਕੇ ਚਲੋ ਕਿ 60 ਜਿਹੜਾ ਨੰਬਰਾਂ ਦੇ ਨਾਲ ਬੱਚਾ ਅਪਲਾਈ ਕਰਦਾ ਹੈ ਕੈਨੇਡਾ ਵਰਗੀ ਕੰਟਰੀ 'ਚ, ਤਾਂ ਤੁਸੀਂ ਕੀ ਸੁਜੈਸਟ ਕਰੋਗੇ ਇੱਕ ਬੱਚੇ ਨੂੰ ਕਿ PT ਨਾਲ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਆਈਲੈਟਸ ਹੀ ਕਰਨੀ ਚਾਹੀਦੀ ਹੈ ਬੱਚੇ ਨੂੰ? ਬਿਲਕੁਲ। ਦੇਖੋ ਮੇਰੇ ਵੀ ਇੱਕ ਖਾਸ ਸੀ ਕਿ ਜਾਣ ਪਛਾਣ ਵਾਲੇ, ਉਹਨਾਂ ਦੇ ਬੱਚਾ ਕਹਿੰਦੇ ਜੀ ਮੈਂ PT ਕਰਨਾ ਚਾਹੁੰਦਾ, ਤਾਂ ਮੈਂ ਉਹਨੂੰ ਕਾਫੀ ਵਾਰ ਸਮਝਾਇਆ, ਉਸ ਦੇ ਬਾਵਜੂਦ ਬੜੀ ਉਸਨੇ ਜਿੱਦ ਕੀਤੀ ਔਰ PTE ਦੇ ਰਿਹਾ ਹੈਗਾ, ਲੈਟ ਅਸ ਸੀ। ਲੇਕਿਨ PTE ਦੇ ਨਾਲ ਇਸ ਵਕਤ ਸਕਸੈਸ ਰੇਟ ਲੋ ਹੈਗਾ ਅਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਸਲਾਹ ਕਿ ਆਈਲੈਟਸ ਹੀ ਕਰਨਾ ਚਾਹੀਦਾ ਹੈਗਾ। ਆਫ ਕੋਰਸ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਨੇ। ਰੀਸੈਂਟਲੀ ਕੈਨੇਡਾ ਅੰਬੈਸੀ ਨੇ PTE ਦੇ ਨੈਗੇਟਿਵ ਦੇ ਵਿੱਚ ਵੀ ਕੁਝ ਕਮੈਂਟ ਆਏ ਸੀਗੇ ਕਿ ਸਾਨੂੰ ਇਸ ਦੀ ਜਿਹੜੀ ਹੈ ਉਸ ਦੀ ਕੁਆਲਿਟੀ ਜਿਹੜੀ ਹੈ ਸਾਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ ਪਈ। ਉਸ ਤੋਂ ਇਹ ਹੈਗੀ 2-3 ਮਹੀਨੇ ਪਹਿਲਾਂ ਦੀ ਗੱਲ। ਉਸ ਤੋਂ ਬਾਅਦ ਰੀਸੈਂਟਲੀ ਮਹੀਨੇ 20-25 ਦਿਨ ਪਹਿਲਾਂ ਦੀ ਗੱਲ ਹੈਗੀ ਹੈ ਕਿ ਕੈਨੇਡਾ ਅੰਬੈਸੀ ਨੇ ਅਪਡੇਟ ਕੀਤਾ ਕਿ PTE ਨੂੰ ਐਕਸੈਪਟ ਕਰ ਲਿਆ ਗਿਆ ਹੈ, ਮਾਨਤਾ ਦੇ ਦਿੱਤੀ ਗਈ ਹੈ। ਕੈਨੇਡਾ ਦੀ PR ਦੀ ਵਨ ਆਫ ਦਾ ਜਿਹੜੇ ਇੰਗਲਿਸ਼ ਟੈਸਟ ਜਿਹੜਾ ਹੈ ਮੰਨਿਆ ਜਾਏਗਾ PR ਲੈਣ ਵਾਸਤੇ। ਸੋ ਇਹ ਇੱਕ ਪੋਜ਼ੀਟਿਵ ਖਬਰ ਹੈਗੀ ਹੈ। ਲੇਕਿਨ ਅੱਜ ਦੇ ਦਿਨ ਉਹੀ ਜਿਸ ਤਰ੍ਹਾਂ ਮੈਂ ਡੇਲੀ ਬੇਸਿਸ 'ਤੇ ਕੇਸਿਸ ਦੇਖਦਾ ਹੈਗਾ ਅਤੇ ਆਈਲੈਟਸ ਦੀ ਸਕਸੈਸ ਰੇਟ ਜਿਹੜਾ 80-90% ਹੈਗਾ ਅਤੇ PTE ਦਾ ਸਕਸੈਸ ਰੇਟ ਇਸ ਵਕਤ ਜਿਹੜਾ ਹੈਗਾ 20-30%। 10 ਵਿੱਚੋਂ 3-4 ਵੀਜ਼ੇ ਲੱਗਦੇ ਹੈ। ਔਰ ਇਹ ਦੇਖਣਾ ਇਹ ਨਹੀਂ ਹੈ ਕਿ ਮੈਂ ਇਹ ਦੱਸਦਾ ਪਿਆ ਅਤੇ ਸਾਡਾ ਨਹੀਂ ਹੈ ਔਰ ਬਾਕੀ ਸਾਰਿਆਂ ਦਾ ਹੋਏਗਾ, ਇਹ ਇਸ ਤਰ੍ਹਾਂ ਨਹੀਂ ਹੁੰਦਾ। ਲੋਕ ਜਿਹੜਾ ਕਈ ਵਾਰ ਦੱਸਦੇ ਨਹੀਂ ਹੈ, ਲੇਕਿਨ ਮੇਰਾ ਫਰਜ਼ ਕਿ 100% ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਜੈਨੂਅਨ ਤੁਹਾਨੂੰ ਸਲਾਹ ਔਰ ਸਹੀ ਗਾਈਡੈਂਸ ਤਾਂ ਕਿ ਤੁਹਾਨੂੰ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਮੇਰੀ ਸਲਾਹ ਕਿ ਤੁਸੀਂ ਆਈਲੈਟਸ ਹੀ ਕਰੋ, 2-3-4 ਵਾਰ ਕਰੋ ਔਰ ਖਾਸ ਤੌਰ 'ਤੇ ਜੇ ਓਵਰਆਲ 6 ਇੱਕ ਦੇ ਵਿੱਚ 5.5 ਆਉਂਦੇ ਹੈ, ਇਸ ਤੋਂ ਘੱਟ ਅਗਰ ਇੱਕ 'ਚ 5.5 ਓਵਰਆਲ 6 ਨਹੀਂ ਹੈਗੇ ਅਤੇ ਫਿਰ ਤਾਂ ਕਾਲਜ ਵੀ ਐਡਮਿਸ਼ਨ ਨਹੀਂ ਦੇਗਾ। ਲੇਕਿਨ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਕਾਲਜ ਐਡਮਿਸ਼ਨ ਦੇ ਦੇਗਾ। ਅੰਬੈਸੀ ਜਿਹੜੀ ਹੈ ਆਈਲੈਟਸ ਜਨਰਲ ਨੂੰ ਵੀ ਐਕਸੈਪਟ ਕਰਦੀ ਹੈ ਅਤੇ ਫਿਰ ਤੁਸੀਂ ਆਈਲੈਟਸ ਜਨਰਲ ਜੇ ਇੰਨੇ ਬੈਂਡ ਹੈਗੇ ਆਈਲੈਟਸ ਜਨਰਲ ਕਰ ਲਓ ਤਾਂ ਕਿ 6 'ਚ ਅਗਰ ਆਈਲੈਟਸ 'ਚ ਹੋਏ ਅਤੇ ਫਿਰ ਉਹ ਤੁਹਾਡਾ STS ਦੇ ਵਿੱਚ ਫਾਈਲ ਲੱਗੇਗੀ ਔਰ ਕੈਨੇਡਾ ਅੰਬੈਸੀ ਤੋਂ ਵੀਜ਼ੇ ਦੀ ਸੰਭਾਵਨਾ ਹੋਏਗੀ ਜੀ। ਜੀ ਬਿਲਕੁਲ। ਬਹੁਤ ਸਾਰੇ ਜਿਹੜੇ ਪਰਿਵਾਰ ਨੇ ਉਹ ਇਹ ਸ਼ੋਅ ਦੇਖਦੇ ਨੇ ਔਰ ਸਲਾਹ ਜਿਹੜੀ ਡਾਕਟਰ ਰਵੀ ਗਰਗ ਇਸ ਸ਼ੋਅ ਦੇ ਉੱਪਰ ਦਿੰਦੇ ਨੇ ਉਹ ਦੇ ਉੱਪਰ ਜਿਹੜਾ ਤਰੀਕੇ ਨਾਲ ਉਹਨੂੰ ਸੋਚ ਸਮਝ ਕੇ ਜਿਹੜਾ ਉਸ ਤੋਂ ਬਾਅਦ ਵਿਜ਼ਿਟ ਵੀ ਕਰਦੇ ਨੇ ਔਰ ਉਹਨਾਂ ਦੇ ਬੱਚਿਆਂ ਦੇ ਵੀਜ਼ਾ ਵੀ ਆਉਂਦੇ ਨੇ। ਕਿਉਂਕਿ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਜਿਵੇਂ ਕਿ ਮੈਂ ਹਰ ਵਾਰੀ ਕਹਿੰਦਾ ਹੁੰਦਾ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਹੇ ਨੇ, ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਤੁਸੀਂ ਚੰਡੀਗੜ੍ਹ ਹੀ ਆਉਣਾ ਹੈ ਜਾਂ ਫਿਰ ਮੇਨ ਆਫਿਸ ਦੇ ਵਿੱਚ ਹੀ ਵਿਜ਼ਿਟ ਕਰਨਾ ਹੈ। ਇਹਨਾਂ ਦੀ ਜਿਹੜੀ ਐਕਸਪਰਟ ਟੀਮ ਹੈ ਉਹ ਸਾਰੇ ਜਿਹੜੇ ਆਫਿਸ ਹੈਗੇ ਨੇ ਉੱਥੇ ਹੁੰਦੀ ਹੈ ਆਲਰੇਡੀ। ਔਰ ਜਿਹੜਾ ਤੁਸੀਂ ਕਾਲ ਕਰ ਰਹੇ ਹੋ ਬਾਈ ਚਾਂਸ ਕਿਸੇ ਦੀ ਕਾਲ ਨਹੀਂ ਵੀ ਲੱਗਦੀ ਹੈ, ਨਹੀਂ ਪਿਕ ਹੁੰਦੀ ਹੈ, ਤਾਂ ਤੁਸੀਂ ਨਾਰਾਜ਼ ਨਾ ਹੋਇਆ ਕਰੋ ਕਿਉਂਕਿ ਤੁਹਾਡਾ ਜਿਹੜਾ ਨੰਬਰ ਹੈ ਉਹ ਪਾਇਨੀਅਰ ਇਮੀਗ੍ਰੇਸ਼ਨ ਦੇ ਸੌਫਟਵੇਅਰ ਦੇ ਵਿੱਚ ਰਜਿਸਟਰਡ ਹੋ ਗਿਆ, ਉਹਨਾਂ ਦੀ ਲਿਸਟ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਜੇ ਤੁਹਾਨੂੰ ਆਪਣੇ ਆਪ ਇਹਨਾਂ ਦੀ ਕਾਲ ਬੈਕ ਆ ਜਾਏਗੀ ਔਰ ਤੁਹਾਡੇ ਤੋਂ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਫਾਈਲ ਆਪਣੀ ਪ੍ਰੋਸੈਸ ਕਰਵਾ ਸਕਦੇ ਹੋ। ਸਰ ਹੁਣ ਗੱਲ ਆਉਂਦੀ ਹੈ ਇਹੋ ਜਿਹੇ
ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਉਹ ਰਿਊਮਰ ਹੁੰਦਾ ਇਤਨੇ ਪੈਸੇ ਚਾਹੀਦੇ ਆ, ਇੰਨੇ ਪੈਸੇ ਚਾਹੀਦੇ ਆ, ਕਿਉਂਕਿ ਜਦੋਂ ਕੈਨੇਡਾ ਵਰਗੀ ਕੰਟਰੀ 'ਚ ਗੱਲ ਆਉਂਦੀ ਹੈ ਨਾ, ਲੋਕੀ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਇੰਨੇ ਪੈਸੇ ਦੇ ਦੇਣਾ, ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰ ਦਾਂਗੇ, ਪੈਸੇ ਵੀ ਸਾਰੇ ਬਾਅਦ 'ਚ ਦੇਣਾ। ਇੱਦਾਂ ਦੀ ਤਾਂ ਕੋਈ ਆਪਸ਼ਨ ਨਹੀਂ ਹੈ, ਨਾ ਐਮਬੈਸੀ ਨੇ ਕਿਤੇ ਲਿਖ ਕੇ ਲਗਾਇਆ ਹੋਇਆ ਕਿ ਤੁਸੀਂ ਜਿਹੜਾ ਜੇ ਹੈ ਪੈਸੇ ਬਾਅਦ 'ਚ ਦੇ ਦੇਣਾ, ਅਸੀਂ ਵੀਜ਼ਾ ਤੁਹਾਨੂੰ ਪਹਿਲੇ ਦੇ ਦਾਂਗੇ। ਇੱਦਾਂ ਤਾਂ ਕੁਝ ਨਹੀਂ ਹੁੰਦਾ, ਫੀਸ ਵੀ ਪਹਿਲੇ ਜਾਣੀ ਹੁੰਦੀ, ਸਾਰੀ ਚੀਜ਼ਾਂ ਜਿਹੜੀਆਂ ਜੇ ਉਹ ਮਤਲਬ ਉਸ ਤਰੀਕੇ ਨਾਲ ਹੀ ਹੁੰਦੀਆਂ। ਲੇਕਿਨ ਮੈਂ ਪੁੱਛਾਂ ਅਗਰ ਕਿੰਨੀ ਦੇਰ ਫੰਡਸ ਜਿਹੜੇ ਹੈ ਉਹ ਪੁਰਾਣੇ ਹੋਣੇ ਚਾਹੀਦੇ ਹੈ, ਉਸ ਤੋਂ ਬਾਅਦ ਅਗਰ ਪ੍ਰੋਪਰਟੀ ਦੀ ਗੱਲ ਕਰਾਂ ਮੈਂ ਤਾਂ ਉਹ ਮਤਲਬ ਪ੍ਰੋਪਰਟੀ ਵੀ ਦੇਖੀ ਜਾਂਦੀ ਹੈ ਵੀਜ਼ਾ, ਜਦੋਂ ਕੋਈ ਵੀਜ਼ਾ ਅੰਬੈਸਡਰ ਦੇਗਾ ਤਾਂ ਪ੍ਰੋਪਰਟੀ ਦੇ ਬਾਰੇ ਵੀ ਪੁੱਛੇਗਾ, ਜਾਂ ਫਿਰ ਇਨਕਮ ਪ੍ਰੂਫ ਜੇ ਅਗਰ ਕਿਸੇ ਦੇ ਲੱਗੇ ਹੋਣਗੇ ਤਾਂ ਵੀ ਵੀਜ਼ਾ ਦੇ ਚਾਂਸਸ ਵੱਧ ਜਾਂਦੇ ਨੇ, ਜਾਂ ਇੱਕ ਕਹਿੰਦੇ ਆਪਾਂ ਕਿ ਸੀਏ ਰਿਪੋਰਟ। ਹੁਣ ਜਿਹੜੇ ਲੋਕੀ ਦੇਖ ਰਹੇ ਹੋਣਗੇ ਸੀਏ ਰਿਪੋਰਟ ਅੱਧੇ ਨੂੰ ਨਹੀਂ ਪਤਾ ਹੋਣਾ, ਕਈ ਵਾਰ ਨਹੀਂ ਪਤਾ ਹੁੰਦਾ ਕਿ ਸੀਏ ਰਿਪੋਰਟ ਹੁੰਦੀ ਹੈ। ਤੁਸੀਂ ਇਹ ਚੀਜ਼ਾਂ ਜਰਾ ਕਲੀਅਰ ਕਰਕੇ ਦੱਸੋ ਕਿ ਵਾਕਈ ਹੀ ਇਹ ਚੀਜ਼ਾਂ ਮਾਇਨੇ ਰੱਖਦੀਆਂ ਇੱਕ ਵੀਜ਼ਾ ਦੇ ਵਿੱਚ। ਦੇਖੋ ਅਲੱਗ-ਅਲੱਗ ਕੰਟਰੀਜ਼ ਦੇ ਅਲੱਗ-ਅਲੱਗ ਰੂਲਸ ਪਾਲਿਸੀਜ਼ ਨੇ। ਕੈਨੇਡਾ ਨੇ ਦਰਵਾਜ਼ੇ ਖੁੱਲ੍ਹੇ ਹੋਏ ਨੇ ਮਈ 2009 ਤੋਂ SPP ਸਟੂਡੈਂਟ ਪਾਰਟਨਰਸ ਪ੍ਰੋਗਰਾਮ ਸੀਗਾ, ਜਿਹੜਾ ਕਿ ਜੁਲਾਈ 2018 ਦੇ ਵਿੱਚ SDS ਵਿੱਚ ਕਨਵਰਟ ਹੋ ਗਿਆ, ਉਹ ਵੀ ਆਲਮੋਸਟ ਸੇਮ ਹੀ ਹੈਗਾ। ਅਤੇ ਉਸ ਦੇ ਵਿੱਚ ਜਿਹੜੇ ਪੁਰਾਣੇ ਫੰਡਸ ਦੀ ਬਿਲਕੁਲ ਜ਼ਰੂਰਤ ਨਹੀਂ ਹੈ। 1 ਸਾਲ ਦੀ ਟਿਊਸ਼ਨ ਫੀਸ ਭਰਨੀ ਹੈ ਕਾਲਜ ਨੂੰ, ਔਰ 10,000 ਕੈਨੇਡੀਅਨ ਡਾਲਰ GIC ਦੇ ਭਰਨੇ ਆ ਕੈਨੇਡੀਅਨ ਬੈਂਕ ਨੂੰ, ਜਿਹੜੇ ਕਿ ਉੱਥੇ ਜਾ ਕੇ ਹੌਲੀ ਹੌਲੀ ਵਾਪਸ ਮਿਲ ਜਾਣੇ GIC ਦੇ ਪੈਸੇ। ਸੋ ਇਸ ਦੇ ਵਿੱਚ ਇਸ ਵਕਤ ਕੈਨੇਡਾ ਸਟੱਡੀ ਵੀਜ਼ਾ ਵਾਸਤੇ ਪੁਰਾਣੇ ਫੰਡਸ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਆਸਟ੍ਰੇਲੀਆ ਵਾਸਤੇ ਤਕਰੀਬਨ 25 ਤੋਂ 30 ਲੱਖ ਰੁਪਏ 3 ਤੋਂ 6 ਮਹੀਨੇ, ਬੈਟਰ ਹੈ 6 ਮਹੀਨੇ ਪੁਰਾਣੇ ਹੋਣ, ਜਾਂ ਕੇਸ ਟੂ ਕੇਸ ਸਾਰੇ ਡਿਟੇਲ ਦੇਖਣੀ ਪਏਗੀ ਕਿ ਐਟਲੀਸਟ 3 ਮੰਥਸ ਓਲਡ ਜਿਹੜੇ ਇੰਨੇ ਪੈਸੇ 30 ਲੱਖ ਦੇ ਕਰੀਬ ਹੋਣੇ ਚਾਹੀਦੇ। UK ਵਾਸਤੇ ਤਕਰੀਬਨ 25 ਤੋਂ 30 ਲੱਖ ਰੁਪਏ 28 ਦਿਨ ਪੁਰਾਣੇ ਹੋਣੇ ਚਾਹੀਦੇ। ਲੇਕਿਨ ਕੈਨੇਡਾ ਵਾਸਤੇ ਫੰਡਸ ਪੁਰਾਣੇ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਕਿੱਥੋਂ ਪੈਸੇ ਆਏ ਸੀਗੇ ਤੁਹਾਡੇ ਅਕਾਊਂਟ ਵਿੱਚ, ਕਿਸ ਨੇ ਪੇ ਕੀਤੇ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਸਿਰਫ ਕਾਲਜ ਨੂੰ ਫੀਸ ਜਾਣੀ ਹੈ, ਉੱਥੋਂ ਫੀਸ ਰਸੀਦ ਆਉਣੀ ਹੈ ਜਿਹੜੀ ਕਿ ਅਸੀਂ ਫਾਈਲ ਦੇ ਨਾਲ ਲਗਾ ਦੇਣੀ ਹੈ। ਸੋ ਕਈ ਵਾਰੀ, ਹੁਣ ਤਾਂ ਖੈਰ ਬਹੁਤ ਪੁਰਾਣੀ ਗੱਲ ਹੋ ਗਈ, ਬੜੇ ਸਾਲਾਂ ਤੋਂ ਇਹ ਚੱਲਦਾ ਪਿਆ, ਬੜਾ ਘੱਟ ਹੈਗਾ, ਲੇਕਿਨ ਕਦੇ ਕਦੇ ਇਹ ਦੇਖਣ 'ਚ ਆਉਂਦਾ ਹੈ ਕਿ ਕੰਸਲਟੈਂਟ ਕਹਿ ਦਿੰਦੇ ਕਿ ਜੇ ਪੁਰਾਣੇ ਫੰਡ ਚਾਹੀਦੇ, ਅਸੀਂ ਤੁਹਾਡੇ ਫੰਡਸ ਪੁਰਾਣੇ ਸ਼ੋਅ ਕਰ ਦਿੰਦੇ ਹਾਂ, ਪੈਸੇ ਲੈ ਲਾਂਗੇ। ਸੋ ਐਸੀ ਇਹ ਬਿਲਕੁਲ ਗਲਤ ਚੀਜ਼ ਹੈ, ਪੁਰਾਣੇ ਫੰਡਸ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਇਮੀਡੀਏਟ ਫੰਡਸ ਜਿਹੜੇ ਨੇ ਕਰੰਟ ਵੀ ਹੋਣ, ਤੁਸੀਂ ਪੇ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਔਰ ਦੂਸਰਾ ਰਿੱਕੀ ਜੀ, ਜਿਹੜੀ ਤੁਸੀਂ ਕਿਹਾ CA ਰਿਪੋਰਟ ਜੀ, ਪ੍ਰੋਪਰਟੀ ਦੇ ਡਾਕੂਮੈਂਟਸ, ਇਨਕਮ ਪ੍ਰੂਫ ਆਪਾਂ ਕਹਿ ਸਕਦੇ ਹਾਂ, ਇਨਕਮ ਦੇ ਪ੍ਰੂਫ, ਔਰ ਈਵਨ ਕਿ ਫੰਡਸ ਜਿਹੜੇ ਨੇ, ਫੰਡਸ ਦਾ ਮਤਲਬ ਕਿ ਬੈਂਕ ਦੇ ਵਿੱਚ ਦਿਖਾਣਾ ਵੀ ਅਸੀਂ 1 ਸਾਲ ਦੀ ਫੀਸ ਤਾਂ ਪੇ ਕਰ ਦਿੱਤੀ ਕਾਲਜ ਨੂੰ, ਔਰ 10,000 ਡਾਲਰ GIC ਦੇ ਵੀ ਭਰਤੇ, ਲੇਕਿਨ ਸੈਕੰਡ 1 ਈਅਰ ਪ੍ਰੋਗਰਾਮ ਵਾਸਤੇ ਸਾਡੇ ਕੋਲ ਇੰਨੇ ਪੈਸੇ ਬੈਂਕ ਦੇ ਵਿੱਚ ਹੋਰ ਪਏ ਨੇ। ਇਸ ਨੂੰ ਕਹਿੰਦੇ ਆਪਾਂ ਬੈਂਕ ਦੇ ਵਿੱਚ ਫੰਡਸ ਨੂੰ ਦਿਖਾਣਾ। ਉਸ ਦੀ ਵੀ ਸਟੇਟਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਟੇਟਮੈਂਟ ਜਿਹਨੂੰ ਕਹਿ ਸਕਦੇ ਹਾਂ, ਬਿਲਕੁਲ ਉਸ ਦੀ ਵੀ ਲੋੜ ਨਹੀਂ ਹੈ। ਸੋ ਮੁੱਖ ਦੀ ਗੱਲ, ਫੰਡਸ ਦੀ ਲੋੜ ਨਹੀਂ ਹੈ, ਇਨਕਮ ਦੇ ਪ੍ਰੂਫ ਦੀ ਲੋੜ ਨਹੀਂ ਹੈ, CA ਰਿਪੋਰਟ ਦੀ ਲੋੜ ਨਹੀਂ ਹੈ, ਔਰ ਪ੍ਰੋਪਰਟੀ ਦੇ ਡਾਕੂਮੈਂਟਸ ਦੀ ਲੋੜ ਨਹੀਂ ਹੈ। ਈਵਨ ਕਿ ਇਨਕਮ ਦੇ ਪ੍ਰੂਫ ਦੇ ਡਾਕੂਮੈਂਟਸ ਫਾਈਲ ਦੇ ਵਿੱਚ ਨਹੀਂ ਲੱਗਦੇ। ਹਾਲਾਂਕਿ ਇਨਕਮ ਦੀ ਡਿਟੇਲ ਜਿਹੜੀ ਕੈਨੇਡਾ ਅੰਬੈਸੀ ਦਾ ਫਾਰਮ ਹੈਗਾ, ਸਟੂਡੈਂਟ ਪਰਮਿਟ ਐਪਲੀਕੇਸ਼ਨ ਫਾਰਮ, ਉਸ ਦੀ ਜਿਹੜੀ ਆ ਉਹਦੇ 'ਚ ਇੱਕ ਸਟੱਡੀ ਪਰਮਿਟ ਕੁਐਸਚਨੇਅਰ ਹੁੰਦਾ ਜਦੋਂ ਆਪਾਂ ਅਪਲਾਈ ਕਰਦੇ ਹਾਂ ਸਟੂਡੈਂਟ ਸਟੱਡੀ ਵੀਜ਼ਾ ਵਾਸਤੇ। ਉਸ ਦੇ ਵਿੱਚ ਇਨਕਮ ਦੀ ਡਿਟੇਲ ਭਰੀ ਜਾਂਦੀ ਹੈ, ਫੈਮਿਲੀ ਦੇ ਕਿਸ ਮੈਂਬਰ ਦੀ ਕਿੰਨੀ ਇਨਕਮ ਹੈਗੀ ਹੈ, ਬਟ ਪ੍ਰੂਫ ਨਹੀਂ। ਜੀ, ਇੱਕ ਕਾਲਰ ਸਾਡੇ ਨਾਲ ਜੁੜੇ ਹੋਏ, ਆਪਾਂ ਤੋਂ ਪੁੱਛਦੇ ਹਾਂ ਕਿੱਥੋਂ ਗੱਲ ਕਰ ਰਹੇ ਹੋ। ਹੈਲੋ ਹੈਲੋ, ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਸਰ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਨਾ IELTS ਦਾ ਐਗਜ਼ਾਮ ਦਿੱਤਾ ਸੀ, 2 ਤੋਂ 3 ਵਾਰੀ ਦੇ ਚੁੱਕੀ ਹਾਂ, ਬਟ 5.5 ਬੈਂਡ ਸਕੋਰ ਆ ਰਹੇ ਨੇ ਮੇਰੇ, ਤੇ ਈਚ 5 ਨੇ। ਕੀ ਮੇਰੀ ਆਸਟ੍ਰੇਲੀਆ ਦੇ ਲਈ ਫਾਈਲ ਲੱਗ ਸਕਦੀ ਹੈ ਸਰ? 5.5 ਬੈਂਡ ਤੁਸੀਂ ਕਹਿ ਰਹੇ ਹੋ ਕਿ ਆ ਰਹੇ ਹੈ, 3 ਵਾਰੀ ਤੁਸੀਂ ਟਰਾਈ ਕਰ ਚੁੱਕੇ ਹੋ, ਬੈਂਡ ਨਹੀਂ ਵੱਧ ਰਹੇ ਹੈ? ਹਾਂਜੀ, ਤਾਂ ਮੈਂ ਇਹਨਾਂ ਬੈਂਡ ਸਕੋਰ ਤੇ ਹੀ ਪ੍ਰੋਸੈਸ ਕਰਨਾ ਹੁਣ। +2 ਤੁਸੀਂ ਕਿਹੜੇ ਈਅਰ 'ਚ ਪਾਸ ਆਊਟ ਹੋ? ਸਰ 2022 'ਚ ਕੀਤੀ ਹੈ। +2 2022 'ਚ ਕੀਤੀ ਹੈ ਜੀ। ਸਰ ਫਤਿਹਗੜ੍ਹ ਸਾਹਿਬ ਤੋਂ ਕਾਲ। ਬਿਲਕੁਲ, ਦੇਖੋ ਰਿੱਕੀ ਜੀ, ਅੱਛਾ ਇਹਨਾਂ ਦੀ ਸਭ ਤੋਂ ਵੱਡੀ ਗੱਲ ਦੇਖੋ, ਇਹਨਾਂ ਨੇ 5.5 ਬੈਂਡ ਸ਼ਾਇਦ ਕਿੱਥੋਂ ਸੁਣਿਆ ਹੋਣਾ ਹੈ ਕਿ ਆਸਟ੍ਰੇਲੀਆ 5.5 ਬੈਂਡ ਨਾਲ ਫਾਈਲ ਲੈ ਰਿਹਾ। ਮੈਨੂੰ ਲੱਗਦਾ ਕਿ ਇਹਨਾਂ ਨੇ ਉਹੀ ਸੁਣ ਕੇ ਜਿਹੜਾ ਜਿਹਾ ਨਾ ਉਹ ਅੱਗੇ ਇਹਨਾਂ ਨੇ ਸੁਣ ਕੇ ਗੱਲ ਜਿਹੜੀ ਹੈ ਉਹ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ ਕਿ ਆਸਟ੍ਰੇਲੀਆ 5.5 ਬੈਂਡ ਨਾਲ ਅਪਲਾਈ ਕੀਤਾ ਜਾ ਸਕਦਾ। ਲੇਕਿਨ ਤੁਸੀਂ ਇੱਥੇ ਮੈਂ ਇਹ ਦੱਸੋ, ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ 5.5 ਬੈਂਡ ਆਉਂਦੇ ਨੇ, ਇਸ ਤੋਂ ਉੱਪਰ ਨਹੀਂ ਇੰਪਰੂਵਮੈਂਟ ਹੁੰਦੀ, ਕਿਹੜੀ ਕੰਟਰੀ ਇਹਨਾਂ ਲਈ ਐਲੀਜੀਬਲ ਹੈਗੇ ਨੇ, ਕਿਹੜੀ ਕੰਟਰੀ ਜਾ ਸਕਦੇ ਨੇ? ਬਿਲਕੁਲ, ਦੇਖੋ ਰਿੱਕੀ ਜੀ, ਆਸਟ੍ਰੇਲੀਆ ਦੀ ਇਹਨਾਂ ਦੀ ਕੁਐਸਚਨ ਸੀਗਾ ਆਸਟ੍ਰੇਲੀਆ ਬਾਰੇ। ਆਸਟ੍ਰੇਲੀਆ ਵਿੱਚ ਵੀ ਓਵਰਆਲ 6, ਵੈਸੇ 6 ਈਚ ਹੋਣ ਤਾਂ ਜ਼ਿਆਦਾ ਵਧੀਆ,
ਲੇਕਿਨ ਓਵਰਆਲ 6 ਤੇ ਕਿਸੇ ਮੋਡਲ ਵਿੱਚ 5.5 ਹੋਣਗੇ ਤਾਂ ਚੱਲ ਜਾਣਗੇ। ਉਹ ਵੀ ਕੇਸ ਪ੍ਰੋਫਾਈਲ ਤੇ ਡਿਪੈਂਡ ਕਰੇਗਾ। ਅਗਰ ਨੰਬਰ ਚੰਗੇ ਨੇ ਔਰ ਫੰਡਸ ਚੰਗੇ ਨੇ, ਮਤਲਬ ਚੰਗੇ ਦਾ ਮਤਲਬ ਇਹ ਕਿ ਤਕਰੀਬਨ 25 ਤੋਂ 30 ਲੱਖ ਜਿੰਨੇ ਉਹਨਾਂ ਦੇ ਕੋਰਸ ਤੇ ਡਿਪੈਂਡ ਕਰਦਾ ਹੈ, ਉਸ ਕੋਰਸ ਦੇ ਮੁਤਾਬਕ 25 ਤੋਂ 30 ਲੱਖ ਤਕਰੀਬਨ 6 ਮਹੀਨੇ ਪੁਰਾਣੇ ਹੈਗੇ ਨੇ ਤੇ ਇੰਨੇ ਬੈਂਡਸ ਦੇ ਨਾਲ ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਐਲੀਜੀਬਿਲਿਟੀ ਬਣੇਗੀ। ਲੇਕਿਨ 5.5 ਅਗਰ ਓਵਰਆਲ ਨੇ ਉਸ ਦੇ ਵਾਸਤੇ ਆਸਟ੍ਰੇਲੀਆ ਦਾ ਵੀਜ਼ੇ ਦੇ ਲੱਗਣ ਦੇ ਚਾਂਸ ਨਹੀਂ ਹੈਗੇ। ਔਰ ਕੈਨੇਡਾ ਦੇ ਵਿੱਚ ਵੀ ਆਫ ਕੋਰਸ ਜਿਹੜਾ 6 ਈਚ ਚਾਹੀਦੇ ਨੇ, ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਸੀਗੀ। ਔਰ ਯੂਕੇ ਦੇ ਵਿੱਚ ਵੀ ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਅਪਲਾਈ ਹੋਏਗਾ ਡਾਇਰੈਕਟ ਐਂਟਰੀ ਵਾਸਤੇ, ਜਿਸ ਦੇ ਵਿੱਚ ਪਾਥਵੇ ਪ੍ਰੋਗਰਾਮ ਨਹੀਂ ਹੋਏਗਾ। ਜਿਸ ਤਰ੍ਹਾਂ ESL ਜਿਹੜੀ ਹੈ ਜਾਂ ਹੋਰ ਕੋਈ ਪਾਥਵੇ ਪ੍ਰੋਗਰਾਮ ਨਹੀਂ ਹੋਏਗਾ, ਡਾਇਰੈਕਟ ਜਿਹੜਾ ਕੋਰਸ ਵਾਸਤੇ ਡਾਇਰੈਕਟ ਪਰਮਿਸ਼ਨ ਹੋਏਗਾ। ਲੇਕਿਨ ਅਗਰ 5.5 ਨਾਟ ਲੈਸ ਦੈਨ 5 ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ ਉਸ ਤਰ੍ਹਾਂ ਹੈਗਾ ਤੇ ਪਾਥਵੇ ਪ੍ਰੋਗਰਾਮ ਦੇ ਨਾਲ ਯੂਕੇ ਵਾਸਤੇ ਡੈਫੀਨਿਟਲੀ ਅਪਲਾਈ ਕੀਤਾ ਸਕਦਾ। ਬਿਲਕੁਲ, ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਆਨਸਰ ਮਿਲ ਗਿਆ ਹੋਣਾ। ਔਰ ਕੰਟਰੀ ਵੀ ਇਹਨਾਂ ਲਈ ਜਿਹੜੀ ਜਾਂਦੇ ਹੋਰ ਦਰਵਾਜ਼ੇ ਵੀ ਖੁੱਲ੍ਹੇ ਪਏ ਨੇ। ਲੇਕਿਨ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਉਹ ਤੁਹਾਡੇ ਦੇ ਉੱਪਰ ਡਿਪੈਂਡ ਕਰਦਾ ਹੈ। ਹੁਣ ਟਾਈਮ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿਉਂਕਿ ਬਹੁਤ ਸਾਰੇ ਵੀਡੀਓਜ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਦਿਖਾਣੇ ਨੇ ਜਿਨ੍ਹਾਂ ਦੇ ਲੇਟੈਸਟ ਵੀਜ਼ਾ ਆਏ ਨੇ, ਉਹਨਾਂ ਨਾਲ ਮਿਲਵਾਉਣਾ ਹੈ। ਲੇਕਿਨ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਮੈਸੇਜ ਲੈਣਾ ਚਾਹੂੰਗਾ ਉਹਨਾਂ ਪੇਰੈਂਟਸ ਲਈ, ਉਹਨਾਂ ਬੱਚਿਆਂ ਲਈ। ਔਰ ਮੈਸੇਜ ਵੀ ਮੈਂ ਚਾਹੂੰਗਾ ਕਿ ਤੁਸੀਂ ਉਹ ਸਮਝ ਕੇ ਦਿਓ ਕਿ ਮੰਨ ਕੇ ਚਲੋ ਕਿਸੇ ਦੇ ਬੱਚੇ ਨੇ ਉੱਥੇ ਜਾ ਕੇ ਕੋਈ ਖੱਜਲ ਖੁਆਰ ਨਾ ਹੋਵੇ, ਕਿਉਂਕਿ ਤੁਹਾਡੇ ਕੈਨੇਡਾ ਦੇ ਵਿੱਚ ਵੀ ਤੁਹਾਡੇ ਆਫਿਸ ਹੈਗੇ ਨੇ, ਉੱਥੇ ਵੀ ਕਿਸੇ ਤਰੀਕੇ ਦੀ ਕੋਈ ਕਿਸੇ ਨੂੰ ਹੈਲਪ ਦੀ ਲੋੜ ਹੁੰਦੀ ਹੈ ਤਾਂ ਵੀ ਤੁਸੀਂ ਤਿਆਰ ਬੈਠੇ ਹੋ। ਲੇਕਿਨ ਇੱਥੋਂ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਮੈਸੇਜ ਇਹ ਲੈਣਾ ਚਾਹਾਂਗਾ ਕਿ ਤੁਸੀਂ ਆਪ ਦੇ ਬੱਚੇ ਸਮਝ ਕੇ, ਜਿਵੇਂ ਆਪ ਕਹਿ ਸਕਦੇ ਆ ਨਾ ਕਿ ਆਪ ਦਾ ਬੱਚਾ ਜਾ ਰਿਹਾ ਹੋਏ, ਆਪ ਦੇ ਬੱਚੇ ਨੇ ਜਾਣਾ ਹੋਏ ਤਾਂ ਮਾਂ ਪਿਓ ਨੂੰ ਕਿੰਨੀ ਚਿੰਤਾ ਹੁੰਦੀ ਹੈ। ਆਪ ਦੇ ਬੱਚੇ ਸਮਝ ਕੇ ਜਿਹੜਾ ਜੇ ਕਿਸੇ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ, ਜਿਹੜੇ ਪੇਰੈਂਟਸ ਸੁਣ ਰਹੇ ਨੇ, ਬੱਚੇ ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ ਰਿੱਕੀ ਜੀ, ਮੇਰਾ 2003 ਤੋਂ ਕੰਪਨੀ ਹੈ ਔਰ ਕਾਫੀ ਸਾਰੇ ਆਫਿਸਿਸ ਇੰਡੀਆ ਵਿੱਚ ਨੇ, 2 ਆਫਿਸ ਕੈਨੇਡਾ ਦੇ ਵਿੱਚ ਨੇ, ਬਰੈਂਪਟਨ ਤੋਂ ਸੈਸਕਾਟੂਨ, ਤੇ ਉੱਥੇ ਵੀ ਮੈਂ ਅਕਸਰ ਜਾਂਦਾ ਰਹਿੰਦਾ ਹੈਗਾ 3-4 ਮਹੀਨੇ ਕੈਨੇਡਾ ਔਰ ਬਾਕੀ ਟਾਈਮ ਇੰਡੀਆ ਦੇ ਵਿੱਚ। ਔਰ ਉਹ ਇੱਥੇ ਵੀ ਔਰ ਉੱਥੇ ਵੀ ਜਾਣ ਤੋਂ ਬਾਅਦ ਕੈਨੇਡਾ ਗਏ ਹੋਏ ਬੱਚਿਆਂ ਦੇ ਬਹੁਤ ਸਾਰਿਆਂ ਦੇ ਫੋਨ ਦੇ ਨਾਲ ਅਸੀਂ ਟੱਚ ਵਿੱਚ ਹੁੰਦੇ ਹਾਂ। ਉਹਨਾਂ ਦੀ ਕੈਨੇਡਾ 'ਚ ਆਫਿਸ ਹੈਗੇ ਨੇ ਜਿਹੜੇ ਕਿ ਸਟੂਡੈਂਟਸ ਉਹਨਾਂ ਨੂੰ ਕਾਲ ਕਰਦੇ ਆ ਔਰ ਗੱਲਬਾਤ ਹੁੰਦੀ ਹੈ, ਫਿਰ ਮੇਰੇ ਤੱਕ ਗੱਲ ਪਹੁੰਚਦੀ ਹੈ ਔਰ ਮੈਂ ਐਡਵਾਈਸ ਦਿੰਦਾ ਹੈਗਾ। ਔਰ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਕਈ ਵਾਰੀ ਉੱਠਦੀਆਂ ਨੇ ਉਹਨਾਂ ਦਾ ਧਿਆਨ ਰੱਖਦੇ ਆ। ਉਹਨਾਂ ਦੇ ਐਕਸਪੀਰੀਅੰਸ ਦੇ ਨਾਲ ਮੈਂ ਦੱਸ ਰਿਹਾ ਹੈਗਾ ਕਿ ਸਟੂਡੈਂਟਸ ਕਈ ਵਾਰੀ ਉੱਥੇ ਜਾ ਕੇ, ਖਾਸ ਤੌਰ 'ਤੇ ਇਸ ਵਕਤ ਪਹਿਲਾਂ ਹੁੰਦਾ ਸੀ 20 ਆਵਰਸ ਪਰ ਵੀਕ, ਜਿਹੜੇ ਬੱਚੇ ਆਲਰੇਡੀ ਜਿਹੜੇ ਹੈ 7 ਅਕਤੂਬਰ 2022 ਦੇ ਵਿੱਚ ਜਿਹੜਾ ਹੈ ਉਸ ਤੋਂ ਪਹਿਲਾਂ ਜਿਹੜੇ ਕੈਨੇਡਾ ਵਿੱਚ ਸੀਗੇ ਜਾਂ ਜਿਹੜੇ ਉਸ ਤੋਂ ਪਹਿਲਾਂ ਫਾਈਲਾਂ ਲੱਗੀਆਂ ਹੋਈਆਂ ਸੀ ਐਮਬੈਸੀ ਵਿੱਚ, ਉਸ ਤੋਂ ਬਾਅਦ ਭਾਵੇਂ ਵੀਜ਼ਾ ਆਇਆ, ਉਹਨਾਂ ਨੂੰ ਸਾਰਿਆਂ ਨੂੰ ਅਨਲਿਮਿਟਿਡ ਨੰਬਰ ਆਫ ਆਵਰਸ ਕੰਮ ਕਰਨ ਦੀ ਇਜਾਜ਼ਤ ਹੈਗੀ। ਪਹਿਲਾਂ ਸਿਰਫ 20 ਆਵਰਸ ਹੁੰਦੀ ਸੀ। ਸੋ ਉਹ ਉਹਨਾਂ ਦੇ ਵਾਸਤੇ ਗੌਰਮੈਂਟ ਨਹੀਂ ਰੋਕਦੀ, ਲੇਕਿਨ ਧਿਆਨ ਰੱਖਣਾ ਹੈਗਾ ਕਿ ਉਹ ਪੜ੍ਹਾਈ ਵੱਲ ਧਿਆਨ ਦੇਣ, ਨਾ ਕਿ ਕੰਮ ਵੱਲ। ਪੇਰੈਂਟਸ ਦਾ ਖਾਸ ਫਰਜ਼ ਕਿ ਬੱਚਿਆਂ ਦੇ ਨਾਲ ਕਨੈਕਟਡ ਰਹਿਣ, ਆਲਮੋਸਟ ਡੇਲੀ, ਇੱਕ ਦਿਨ ਛੱਡ ਕੇ ਜਾਂ ਡੇਲੀ ਗੱਲਬਾਤ ਕਰਨ ਬੱਚਿਆਂ ਨਾਲ। ਖਾਸ ਤੌਰ 'ਤੇ 12ਵੀਂ ਕਲਾਸ ਵਾਲੇ ਬੱਚੇ ਹੋਮਸਿਕ ਫੀਲ ਕਰਦੇ, ਕੈਨੇਡਾ ਦੇ ਵਿੱਚ ਅਪਸੈਟ ਫੀਲ ਕਰਦੇ ਹੈ। ਕਈ ਵਾਰੀ ਆਪਣੇ ਸਾਥੀਆਂ ਦਾ ਉਹ ਬਿਹੇਵੀਅਰ, ਅੱਛਾ ਬਿਹੇਵੀਅਰ ਨਹੀਂ ਮਿਲਦਾ ਜਿਹੜਾ ਉਹ ਐਕਸਪੈਕਟ ਕਰਦੇ ਆ, ਦਿਲ ਟੁੱਟਦਾ, ਮਨ ਅਪਸੈਟ ਹੁੰਦਾ ਹੈ। ਸੋ ਉਹਨਾਂ ਦੇ ਮਨ ਨੂੰ ਠੀਕ ਰੱਖਣਾ, ਉਹਨਾਂ ਨੂੰ ਸਮਝਾਉਣਾ ਔਰ ਇਹ ਗੱਲ ਕਹਿਣੀ ਕਿ ਸਾਰੇ ਹੀ ਜ਼ਰੂਰੀ ਨਹੀਂ ਕਿ ਚੰਗਾ ਹੀ ਬਿਹੇਵੀਅਰ ਕਰਨ। ਵੀ ਕੈਨ ਐਕਸਪੈਕਟ ਐਨੀਥਿੰਗ ਫਰੋਮ ਐਨੀਬਡੀ ਦਾ ਮਤਲਬ ਇਹ ਕਿ ਆਪ ਚੰਗੇ ਬਣ ਕੇ ਰਹੋ, ਦੂਜੇ ਦੇ ਬਿਹੇਵੀਅਰ ਨੂੰ ਕਿਸੇ ਦਾ ਮਾੜਾ ਵੀ ਹੈ ਤੇ ਇਗਨੋਰ ਕਰਕੇ ਰੱਖਾਂਗੇ ਆਪਾਂ। ਤੇ ਇਹ ਗੱਲਾਂ ਸਮਝਾ ਕੇ ਬੱਚੇ ਨਾਲ ਟੱਚ 'ਚ ਹੋ ਕੇ ਬੱਚੇ ਦਾ ਦਿਲ ਲਾ ਕੇ ਰੱਖਣ ਔਰ ਖਿਆਲ ਰੱਖਣ। ਔਰ ਖਾਸ ਤੌਰ 'ਤੇ ਪੈਸੇ ਦੀ ਲੋੜ ਹੈ ਤੇ ਕਿਸੇ ਤਰੀਕੇ ਨਾਲ ਅਗਰ ਪੈਸੇ ਭੇਜਦੇ ਰਵਾਂਗੇ ਤੇ ਸਿਰਫ ਇਟ ਇਜ਼ ਅ ਮੈਟਰ ਆਫ 4 ਜਿਹੜਾ ਸਮੈਸਟਰਸ, 2 ਸਾਲ ਦਾ ਕੋਰਸ, 4-4 ਮਹੀਨੇ ਦੇ 16 ਮਹੀਨੇ ਦੀ ਪੜ੍ਹਾਈ, ਉਸ ਦੇ ਵਿੱਚ ਵੀ 2 ਸਮੈਸਟਰ ਦੇ ਵਿੱਚ 15 ਦਿਨ ਦੀ ਛੁੱਟੀਆਂ ਦਾ ਮਤਲਬ ਹੈ ਕਿ ਤਕਰੀਬਨ ਕੋਈ 14-15 ਮਹੀਨੇ ਦੀ ਪੜ੍ਹਾਈ ਦਾ ਕੰਮ ਹੈ। ਔਰ ਉਸ ਦੇ ਵਿੱਚ ਵੀ ਕਈ ਵਾਰੀ ਇੱਕ ਫੁੱਲ ਸਮੈਸਟਰ ਜਿਹੜਾ ਆਫ ਹੁੰਦਾ, ਜਿਹੜਾ ਕਾਲਜ ਵੱਲੋਂ ਜਿਹੜਾ ਸ਼ਡਿਊਲਡ ਬ੍ਰੇਕ ਹੁੰਦੀ ਹੈ ਔਰ ਉਸ ਦੇ ਵਿੱਚ ਫੁੱਲ ਟਾਈਮ ਕੰਮ ਕੀਤਾ ਜਾ ਸਕਦਾ, ਬੱਚਿਆਂ ਨੂੰ ਅਲਾਉਡ ਹੁੰਦਾ ਹੈ, ਪੜ੍ਹਾਈ ਨਹੀਂ ਕਰਨੀ। ਔਰ ਸਿਰਫ ਇਹ 15 ਮਹੀਨੇ ਦੀ ਪੜ੍ਹਾਈ ਚੱਜ ਨਾਲ ਸੀਰੀਅਸਲੀ ਕਰਨੀ ਹੈ। ਉਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਪੇਪਰ ਦਿੱਤੇ ਔਰ ਆਪਣਾ ਪੜ੍ਹਾਈ ਖਤਮ ਹੋ ਗਈ, ਫਿਰ 3 ਸਾਲ ਦਾ ਵਰਕ ਪਰਮਿਟ। ਸਾਰੀ 3 ਸਾਲ ਦੇ ਵਿੱਚ ਤਾਂ ਕੰਮ ਵਾਸਤੇ ਹੀ ਮਿਲਦਾ, ਸਿਰਫ ਕੰਮ ਕਰਨਾ, ਪੜ੍ਹਾਈ ਦੀ ਲੋੜ ਨਹੀਂ। ਲੇਕਿਨ ਉਸ ਦੇ ਵਿੱਚ ਹੀ PR ਔਰ PR ਤੋਂ ਬਾਅਦ ਭਾਵੇਂ ਕੰਮ ਕਰੋ ਭਾਵੇਂ ਪੜ੍ਹਾਈ ਕਰੋ। ਲੇਕਿਨ ਇਹ ਪੜ੍ਹਾਈ ਦੀ ਸ਼ਰਤ ਜਿਹੜੀ ਹੈਗੀ ਹੈ, ਸਟੱਡੀ ਵੀਜ਼ਾ 'ਤੇ ਗਏ ਨੇ, ਸਟੱਡੀ ਵਾਸਤੇ ਗਏ ਨੇ, ਸਿਰਫ 15 ਮਹੀਨੇ 16 ਮਹੀਨੇ 14 ਮਹੀਨੇ ਦੀ ਪੜ੍ਹਾਈ ਤੇ ਜ਼ੋਰ। ਉਸ ਦੇ ਵਿੱਚ ਜਿਹੜਾ ਖਰਚਾ ਆਵੇ ਉਸ ਦਾ ਬੱਚੇ ਧਿਆਨ ਰੱਖਣ ਕਿ
ਕੰਮ ਵੱਲ ਧਿਆਨ ਨਾ ਹੋਵੇ, ਪੜ੍ਹਾਈ ਵੱਲ ਧਿਆਨ ਹੋਵੇ, ਕਿਉਂਕਿ ਜੇ ਉਹਨਾਂ ਦੀ ਸਪਲੀ ਆ ਗਈ, ਕੰਪਾਰਟਮੈਂਟ ਆ ਗਈ, ਫੇਲ ਹੋ ਗਏ ਤੇ ਬਹੁਤ ਖਰਚੇ ਪੈਂਦੇ ਨੇ, ਦੁਬਾਰਾ ਪਰੇਸ਼ਾਨੀ ਹੁੰਦੀ ਹੈ। ਔਰ ਬੱਚੇ ਇੱਕ ਕਿਸਮ ਦੀ, ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੰਦਾ ਕਿ ਪੌੜੀ ਦੇ ਉੱਪਰ ਡਿੱਗਿਆ ਹੋਇਆ ਬੰਦਾ ਇੱਕ ਪੌੜੀ 2 ਪੌੜੀ ਨਹੀਂ ਡਿੱਗਦਾ, ਫਿਰ ਕਿੱਥੇ ਜਾ ਕੇ ਡਿੱਗੇਗਾ ਇਹ ਪਤਾ ਨਹੀਂ ਹੁੰਦਾ, ਕਿੰਨੀਆਂ ਚੋਟਾਂ ਵੱਜਣਗੀਆਂ ਇਹਦਾ ਪਤਾ ਨਹੀਂ ਹੁੰਦਾ। ਸੋ ਉਹ ਡਿੱਗਣਾ ਨਹੀਂ ਹੈ,